ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਆਤਮ ਵਿਸ਼ਵਾਸ ਵਾਲੀ ਮੈਂ। ਮਨੁੱਖ ਦੀ ਸਭ ਤੋਂ ਵੱਡੀ ਕਾਢ ਪਰਮਾਤਮਾ ਨਹੀਂ, ਉਸ ਦੀ ਮੈਂ ਹੈ। ਇਹ ਮੈਂ ਮਨੁੱਖ ਦੇ ਸਾਰੇ ਯਤਨਾਂ ਦੀ ਪ੍ਰੇਰਨਾ ਸਰੋਤ ਅਤੇ ਵਿਕਾਸ ਦਾ ਆਧਾਰ ਹੈ। ਮੈਂ ਨਾਲ ਹੀ ਪਰਿਵਾਰ, ਕਬੀਲੇ, ਸਮਾਜ, ਕੌਮਾਂ ਅਤੇ ਦੇਸ਼ ਬਣੇ ਹਨ। ਸੰਸਾਰ ਵਿਚਲੇ ਸਾਰੇ ਵਖਰੇਵੇਂ ਮੈਂ ਕਾਰਨ ਹਨ। ਮੇਰੇ ਤੇਰੇ ਨਾਲ ਲੈਣ ਦੇਣ ਅਤੇ ਮੁਕਾਬਲੇ ਦੀ ਬਿਰਤੀ ਉਪਜੀ ਹੈ ਅਤੇ ਮੇਰੇ ਤੁਹਾਡੇ ਮੋਢੇ, ਬਾਹਾਂ, ਹੱਥ ਆਦਿ ਤਾਕਤ ਦੇ ਪ੍ਰਤੀਕ ਬਣੇ ਹਨ। ਮੈਂ ਮੁਕਾਬਲੇ ਦਾ ਆਧਾਰ ਹੁੰਦੀ ਹੈ। ਮੁਕਾਬਲੇ ਅਤੇ ਵਿਰੋਧ ਵਿੱਚੋਂ ਆਗੂ ਉਪਜਦੇ ਹਨ। ਮਹਾਨਤਾ ਮਹਾਨ ਆਗੂਆਂ ਦੀ ਮੈਂ ਦੀ ਉਡਾਨ ਹੁੰਦੀ ਹੈ। ਸਮਾਜਿਕ ਆਪੇ ਨੂੰ ਮੈਂ ਕਹਿੰਦੇ ਹਨ। ਜੀਵਨ ਵਿੱਚ ਸਭ ਤੋਂ ਵੱਧ ਉਚਾਰਿਆ ਜਾਣ ਵਾਲਾ ਸ਼ਬਦ ਮੈਂ ਹੁੰਦਾ ਹੈ। ਜਿਸ ਨੂੰ ਮੈਂ ਕਹਿੰਦਾ ਹਾਂ, ਉਸ ਨੂੰ ਦੂਜੇ ਤੂੰ ਕਹਿੰਦੇ ਹਨ। ਮੈਂ ਹੋਰਾਂ ਨਾਲੋਂ ਵੱਖਰਾ ਹਾਂ, ਹੋਰ ਹਨ, ਮੈਂ ਹਾਂ। ਗੱਲਬਾਤ ਵਿੱਚ ਹਰ ਵਾਰੀ ਆਪਣਾ ਨਾਂ ਬੋਲਣਾ ਸੰਭਵ ਨਹੀਂ ਹੁੰਦਾ, ਸੋ ਆਪਣੇ ਨਾਂ ਦੀ ਥਾਂ ਅਸੀਂ ਮੈਂ ਬੋਲਦੇ ਹਾਂ। ਕਿਸੇ ਨੂੰ ਆਪਣੇ ਮੈਂ ਬਾਰੇ ਭੁਲੇਖਾ ਨਹੀਂ ਹੁੰਦਾ। ਭੁਲੇਖਾ ਹਮੇਸ਼ਾ ਤੂੰ ਬਾਰੇ, ਦੂਜੇ ਬਾਰੇ ਹੁੰਦਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ, ਉਹ ਮੇਰੀ ਭੁੱਖ ਹੁੰਦੀ ਹੈ। ਜਦੋਂ ਪੀੜ ਹੁੰਦੀ ਹੈ, ਉਹ ਮੇਰੀ ਪੀੜ ਹੁੰਦੀ ਹੈ। ਮੈਂ ਜੋ ਮਹਿਸੂਸ ਕਰਦਾ ਹਾਂ, ਸੋਚਦਾ ਹਾਂ, ਉਸ ਨੂੰ ਪ੍ਰਗਟਾਉਣ ਲਈ ਮੈਂ ਵਰਤਿਆ ਜਾਂਦਾ ਹੈ। ਮੈਂ ਦੇ ਅਰਥ ਆਪਣੀ ਹੋਂਦ ਪ੍ਰਤੀ ਸੁਚੇਤ ਹੋਣਾ ਹੁੰਦੇ ਹਨ। ਇਸ ਸੋਝੀ ਅਤੇ ਚੇਤਨਾ ਤੋਂ ਬਿਨਾਂ ਜਿਉਣਾ ਸੰਭਵ ਨਹੀਂ ਹੁੰਦਾ। ਮੈਂ ਕੋਈ ਬੁਝਾਰਤ ਨਹੀਂ, ਇਹ ਪ੍ਰਤੱਖ ਹੈ, ਦਿਸਦੀ ਹੈ, ਮਹੱਤਵਪੂਰਨ ਹੈ। ਆਪਣੇ ਵਰਗਾ ਮੈਂ ਹੀ ਹਾਂ, ਇਹੀ ਮੇਰਾ ਨਿਆਰਾਪਣ ਹੈ। ਮੇਰੀ ਮੈਂ ਦੇ ਪਿੱਛੇ ਲੰਮਾ ਇਤਿਹਾਸ ਹੈ। ਮੈਨੂੰ ਲੱਖਾਂ ਸਾਲ ਸਾਰੇ ਸੰਸਾਰ ਨੇ ਉਡੀਕਿਆ ਹੈ। ਮੈਂ ਸੰਸਾਰ ਵਿੱਚ ਹੀ ਨਹੀਂ, ਬ੍ਰਹਿਮੰਡ ਵਿੱਚ ਵੀ ਹਾਂ। ਮੇਰੇ ਆਲੇ ਦੁਆਲੇ ਬ੍ਰਹਿਮੰਡ ਹੈ। ਮਰਨ ਸਮੇਂ ਸਰੀਰ ਹੀ ਨਹੀਂ, ਸੰਸਾਰ ਅਤੇ ਬ੍ਰਹਿਮੰਡ ਵੀ ਤਿਆਗਣਾ ਪੈਂਦਾ ਹੈ। ਜਿਸ ਕਿਸੇ ਨੂੰ ਮੈਂ ਆਪਣਾ ਕਹਿੰਦਾ ਹਾਂ, ਉਹ ਮੇਰੀ ਮੈਂ ਦਾ ਭਾਗ ਹੁੰਦਾ ਹੈ। ਮੇਰਾ ਸਰੀਰ ਮੇਰੇ ਮਾਪਿਆਂ ਨੇ ਸਿਰਜਿਆ ਹੈ, ਜਿਹੜੇ ਕਰੋੜਾਂ ਸਾਲਾਂ ਵਿੱਚ ਵਿਕਸਿਤ ਹੋਈ ਮਾਨਵ ਜਾਤੀ ਦਾ ਅਜੋਕਾ ਰੂਪ ਹਨ। ਮੇਰੀ ਚੇਤਨਾ ਅਰਬਾਂ ਸਾਲ ਦੀ ਕੁਦਰਤ ਨੇ ਸਿਰਜੀ ਹੈ। ਆਪਣੀ ਮੈਂ ਦੇ ਵਿਸਥਾਰ ਲਈ ਹੀ ਮਨੁੱਖ ਪੜ੍ਹਾਈ ਕਰਦਾ ਹੈ, ਧਨ ਕਮਾਉਂਦਾ ਹੈ, ਪਰਿਵਾਰ ਉਸਾਰਦਾ ਹੈ, ਜਾਇਦਾਦ ਬਣਾਉਂਦਾ ਹੈ। ਦਾਦਾ, ਪਿਤਾ, ਮਾਂ, ਪਤਨੀ, ਬੱਚੇ, ਦੋਸਤ ਸਾਰੇ ਮੇਰੀ ਮੈਂ ਵਿੱਚ ਅਤੇ ਮੈਂ ਸਾਰਿਆਂ ਦੀ ਮੈਂ ਵਿੱਚ ਤਾਣੇ ਪੇਟੇ ਵਾਂਗ ਕਾਰਜਸ਼ੀਲ ਹਾਂ। ਮੇਰੀ ਪ੍ਰਸਿੱਧੀ, ਮੇਰੀ ਬਦਨਾਮੀ ਮੇਰੀ ਵੀ ਹੈ ਅਤੇ ਇਹਨਾਂ ਦੀ ਵੀ ਹੈ। ਇਹਨਾਂ ਅਨੁਸਾਰ ਹੀ ਮੇਰੀ ਮੈਂ ਫੈਲਦੀ, ਸੁੰਗੜਦੀ ਹੈ, ਉਦਾਸ, ਪ੍ਰਸੰਨ ਹੁੰਦੀ ਹੈ। ਭਾਵੇਂ ਮੇਰੇ ਬੱਚਿਆਂ ਦੀ ਆਪਣੀ ਮੈਂ ਹੈ, ਪਰ ਮੇਰੀ ਉਹਨਾਂ ਵਿੱਚ ਇਸ ਲਈ ਦਿਲਚਸਪੀ ਹੈ ਕਿਉਂਕਿ ਉਹ ਮੇਰੀ ਮੈਂ ਦਾ ਵਿਸਥਾਰ ਹਨ। ਜਿਵੇਂ ਇੱਟ ਵੀ ਹੈ, ਇਮਾਰਤ ਦਾ ਭਾਗ ਵੀ ਹੈ। ਮੇਰੇ ਬੱਚੇ ਵੀ ਹਨ, ਉਹ ਮੇਰੀ ਸੰਤਾਨ ਵੀ ਹਨ। ਜੋ ਕੁਝ ਵੀ ਮੈਨੂੰ ਅਤੇ ਮੇਰੇ ਨਾਲ ਸੰਬੰਧਿਤ ਹੈ, ਉਸ ਵਿੱਚ ਮੇਰੀ ਦਿਲਚਸਪੀ ਸੁਭਾਵਕ ਹੈ। ਉਸ ਪ੍ਰਤੀ ਮੇਰੀ ਜ਼ਿੰਮੇਵਾਰੀ ਪ੍ਰਤੱਖ ਹੈ। ਅਸੀਂ ਜਨਮ ਲੈਂਦੇ ਹਾਂ, ਸਾਡੀ ਮੈਂ ਵੀ ਉਸੇ ਵੇਲੇ ਜਨਮਦੀ ਹੈ ਅਤੇ ਇਹ ਸਾਰਾ ਜੀਵਨ ਕਾਰਜਸ਼ੀਲ ਰਹਿੰਦੀ ਹੈ। ਭਾਵੇਂ ਪਹਿਲੇ ਕੁਝ ਮਹੀਨੇ ਬੱਚਾ ਮੈਂ ਸ਼ਬਦ ਨਹੀਂ ਵਰਤਦਾ, ਪਰ ਉਹ ਮੈਂ ਦੇ ਸਪਸ਼ਟ ਪ੍ਰਮਾਣ ਦੇਣ ਲੱਗ ਪੈਂਦਾ ਹੈ। ਮਾਂ ਪੁੱਛਦੀ ਹੈ, ਤੇਰੀ ਅੱਖ ਕਿੱਥੇ ਹੈ? ਉਹ ਅੱਖ ਮੀਟ ਕੇ ਦੱਸਦਾ ਹੈ। ਬੱਚਾ ਆਪਣੇ ਆਪ ਨੂੰ ਪਰਿਵਾਰ ਦੇ ਜੀਆਂ ਵਿੱਚ ਵੰਡ ਕੇ ਆਪਣੀ ਮੈਂ ਨੂੰ ਵਿਸਤਾਰਦਾ ਹੈ। ਬੋਲਣਾ ਸਿੱਖਣ ਉਪਰੰਤ ਉਸ ਲਈ ਜੋ ਮਹੱਤਵਪੂਰਨ ਹੁੰਦਾ ਹੈ, ਉਸ ਨੂੰ ਉਹ ਮੈਂ ਜਾਂ ਮੇਰੇ ਦੇ ਮੁਹਾਵਰੇ ਵਿੱਚ ਉਚਾਰਦਾ ਹੈ। ਜਿਵੇਂ ਇਹ ਮੇਰਾ ਕਮਰਾ ਹੈ, ਇਹ ਮੇਰੀ ਕਿਤਾਬ ਹੈ, ਉਹ ਮੇਰਾ ਭਰਾ ਹੈ। ਜਦੋਂ ਕਿਸੇ ਦਾ ਅਪਮਾਨ ਹੁੰਦਾ ਹੈ ਤਾਂ ਉਸ ਦੀ ਮੈਂ ਖਤਰੇ ਵਿੱਚ ਪੈ ਜਾਂਦੀ ਹੈ ਅਤੇ ਬਚਾਓ ਦੀ ਦ੍ਰਿਸ਼ਟੀ ਨਾਲ ਉਸ ਦੀ ਮੈਂ ਸਖਤ ਹੋ ਜਾਂਦੀ ਹੈ। ਖੇਡਾਂ, ਇਮਤਿਹਾਨਾਂ ਆਦਿ ਰਾਹੀਂ ਪਤਾ ਲੱਗਦਾ ਹੈ ਕਿ ਇੱਥੇ ਕੇਵਲ ਮੈਂ ਹੀ ਨਹੀਂ ਹਾਂ, ਹੋਰ ਵੀ ਹਨ। ਇਸ ਸੋਝੀ ਕਾਰਨ ਮੈਂ ਜਾਣ ਜਾਂਦਾ ਹਾਂ ਕਿ ਜੇ ਮੈਂ ਕਿਸੇ ਦਾ ਅਪਮਾਨ ਕਰਾਂਗਾ ਤਾਂ ਮੇਰਾ ਵੀ ਅਪਮਾਨ ਹੋਵੇਗਾ। ਇਵੇਂ ਮੈਂ ਦੂਜਿਆਂ ਦਾ ਅਪਮਾਨ ਨਾ ਕਰਨ ਨਾਲ ਆਪਣੇ ਆਪ ਨੂੰ ਅਪਮਾਨ ਤੋਂ ਬਚਾਉਂਦਾ ਹਾਂ। ਇਹ ਸਮਾਜਿਕ ਵਿਹਾਰ ਦਾ ਪਹਿਲਾ ਨੇਮ ਹੁੰਦਾ ਹੈ।
ਹਰੇਕ ਲਈ ਉਸ ਦੀ ਮੈਂ ਮਹੱਤਵਪੂਰਨ ਹੁੰਦੀ ਹੈ। ਕਈਆਂ ਲਈ ਇਹ ਬਹੁਤ ਅਧਿਕ ਮਹੱਤਵਪੂਰਨ ਹੁੰਦੀ ਹੈ। ਕੁਝ ਲਈ ਇਹ ਨਿਮਰ ਅਤੇ ਸੰਜਮ ਵਾਲੀ ਹੁੰਦੀ ਹੈ। ਇਵੇਂ ਸੰਸਾਰ ਵਿੱਚ ਤਾਨਾਸ਼ਾਹ ਅਤੇ ਸੰਤ ਪੁਰਸ਼ ਉਪਜਦੇ ਹਨ। ਤੰਦਰੁਸਤ ਮੈਂ ਸਵੈ ਵਿਸ਼ਵਾਸ ਵਿੱਚੋਂ ਉਪਜਦੀ ਹੈ। ਸਵੈ ਵਿਸ਼ਵਾਸ ਤਾਂ ਹੀ ਉਪਜੇਗਾ ਜੇ ਸੰਕਟਾਂ ਦਾ ਸਾਹਮਣਾ ਕੀਤਾ ਹੋਵੇਗਾ। ਹਰ ਧਰਮ ਨੇ ਅਤੇ ਵਿਸ਼ੇਸ਼ ਕਰਕੇ ਭਾਰਤੀ ਧਰਮਾਂ ਨੇ ਮੈਂ ਦਾ ਕੇਵਲ ਨਕਾਰਾਤਮਕ ਸੰਕਲਪ ਉਸਾਰਿਆ ਹੈ ਅਤੇ ਇਸ ਨੂੰ ਘਮੰਡ, ਹਉਮੈ ਅਤੇ ਹੰਕਾਰ ਦੱਸ ਕੇ ਨਿਰੰਤਰ ਭੰਡਿਆ ਹੈ ਅਤੇ ਇਹਨਾਂ ਨੂੰ ਮੁਕਤੀ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਹੈ। ਧਰਮ ਨੇ ਤੂੰ ਹੀ ਤੂੰ ਕਹਿੰਦਿਆਂ ਮੈਂ ਕੁਚਲ ਹੀ ਦਿੱਤੀ ਹੈ। ਭਾਰਤੀ ਧਰਮਾਂ ਨੇ ਸੰਸਾਰ ਨਾਲ ਨਾਤਾ ਨਹੀਂ ਜੋੜਿਆ, ਮੌਤ ਅਤੇ ਮੁਕਤੀ ਨਾਲ ਸਾਂਝ ਪਾਈ ਹੈ। ਸੋ ਭਾਰਤ ਵਿੱਚ ਮੈਂ ਨੂੰ ਤਿਆਗਣ ਵਾਲੇ ਦੀ ਪੂਜਾ ਹੁੰਦੀ ਹੈ ਅਤੇ ਜਿਸ ਦਾ ਉਦੇਸ਼ ਜੀਵਨ ਦੀ ਥਾਂ ਮੌਤ ਅਤੇ ਮੁਕਤੀ ਹੈ, ਉਸ ਦੀ ਮਹਿਮਾ ਹੈ। ਮੁਕਤੀ ਦਾ ਉਦੇਸ਼ ਉਹ ਅੰਤਮ ਮੌਤ ਹੈ ਜਿਸ ਮਗਰੋਂ ਜਨਮ ਨਹੀਂ ਹੁੰਦਾ। ਭਾਰਤੀ ਧਰਮ ਸਮੁੱਚੇ ਰੂਪ ਵਿੱਚ ਸੰਸਾਰ ਅਤੇ ਜੀਵਨ ਨੂੰ ਨਕਾਰਦੇ ਹਨ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੀਵਨ ਨੂੰ ਦੰਡ ਅਤੇ ਸੰਸਾਰ ਨੂੰ ਮਾਇਆ ਦੱਸ ਕੇ ਨਕਾਰਨ ਵਾਲਾ ਭਾਰਤ ਗਰੀਬ, ਕੰਗਾਲ ਅਤੇ ਗੁਲਾਮ ਕਿਉਂ ਰਿਹਾ ਹੈ। ਧਰਮ ਹਉਮੈ ਨੂੰ ਇਸ ਲਈ ਨਿੰਦਦਾ ਹੈ ਤਾਂ ਕਿ ਮਨੁੱਖ ਅਭਿਮਾਨੀ ਨਾ ਬਣੇ, ਆਪਣੇ ਆਪ ਨੂੰ ਮਹੱਤਵਪੂਰਨ ਨਾ ਸਮਝੇ, ਬੂੰਦ ਆਪਣੇ ਆਪ ਨੂੰ ਸਾਗਰ ਨਾ ਕਹੇ। ਮਾਣ ਕਰਨ ਵਾਲੇ ਨੂੰ ਧਰਮ ਕਹਿੰਦਾ ਹੈ। ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ। ਇਸ ਨਾਲ ਹੰਕਾਰ ਉਪਜਦਾ ਹੈ। ਹੰਕਾਰਿਆ ਸੋ ਮਾਰਿਆ। ਭਾਰਤੀ ਧਰਮ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਜੱਦੋ-ਜਹਿਦ ਜਾਂ ਯਤਨ ਕਰਨ ਦਾ ਉਤਸ਼ਾਹ ਨਹੀਂ ਦਿੰਦੇ, ਸਭ ਪੱਖੋਂ ਸੰਤੁਸ਼ਟ ਹੋਣ ਦਾ ਉਪਦੇਸ਼ ਦਿੰਦੇ ਹਨ। ਇਸੇ ਕਾਰਨ ਸਾਡੀ ਕੋਈ ਕਾਢ ਕੱਢਣ, ਕਿਸੇ ਖੇਤਰ ਵਿੱਚ ਅੱਵਲ ਆਉਣ ਵਿੱਚ ਦਿਲਚਸਪੀ ਨਹੀਂ ਜਾਗੀ। ਬਾਹਰਲੇ ਸਾਡੀ ਐਵਰੈਸਟ ਫਤਿਹ ਕਰਦੇ ਰਹੇ। ਜਦੋਂ ਕਿਸੇ ਧਾਰਮਿਕ ਬਿਰਤੀ ਵਾਲੇ ਭਾਰਤ ਵਾਸੀ ਨੂੰ ਕਿਸੇ ਹੋਰ ਦੇਸ਼ ਦੀਆਂ ਪ੍ਰਾਪਤੀਆਂ ਦੱਸੋਗੇ ਤਾਂ ਉਹ ਕਹੇਗਾ, ਕੀ ਫਰਕ ਪੈਂਦਾ ਹੈ, ਉਹ ਵੀ ਮਰ ਜਾਣਗੇ, ਅਸੀਂ ਵੀ ਮਰ ਜਾਣਾ ਹੈ। ਕਦੀ ਕਿਸੇ ਨੇ ਸੋਚਿਆ ਹੀ ਨਹੀਂ ਕਿ ਸੰਸਾਰ ਨੂੰ ਮਿੱਥਿਆ ਅਤੇ ਮਾਇਆ ਦੱਸ ਕੇ ਅਸੀਂ ਪ੍ਰਾਪਤ ਕੀ ਕੀਤਾ ਹੈ ਅਤੇ ਹਉਮੈ ਨੂੰ ਮਾਰ ਕੇ ਅਸੀਂ ਪ੍ਰਾਪਤ ਕੀ ਕਰਨਾ ਹੈ। ਕੀ ਹਉਮੈ ਮਰ ਗਈ ਹੈ? ਕੀ ਹਉਮੈ ਮਾਰੀ ਜਾ ਸਕਦੀ ਹੈ? ਪ੍ਰਾਪਤੀ, ਸਫਲਤਾ ਜਾਂ ਜਿੱਤ, ਅਮੀਰੀ ਜਾਂ ਖੁਸ਼ਹਾਲੀ ਕਦੀ ਵੀ ਸਾਡਾ ਉਦੇਸ਼ ਨਹੀਂ ਰਹੀ। ਸਾਡਾ ਉਦੇਸ਼ ਤਿਆਗ ਰਿਹਾ ਹੈ। ਕੋਈ ਧਰਮ ਕੁਝ ਵੀ ਨਵਾਂ ਕਰਨ ਦਾ ਉਤਸ਼ਾਹ ਨਹੀਂ ਦਿੰਦਾ। ਧਰਮ ਵਿੱਚ ਕੇਵਲ ਦੁਹਰਾਓ ਹੁੰਦਾ ਹੈ। ਦੁਹਰਾਓ ਨਾਲ ਬੁੱਧੀ ਖੁੰਡੀ ਹੁੰਦੀ ਹੈ। ਖੁੰਡੀ ਬੁੱਧੀ ਕੇਵਲ ਪਰੰਪਰਾ ਪਾਲ ਸਕਦੀ ਹੈ। ਅਸੀਂ ਜ਼ਿੰਮੇਵਾਰੀਆਂ ਪ੍ਰਤੀ ਪਿੱਠ ਕਰਕੇ ਪਰਿਵਾਰ ਅਤੇ ਸਮਾਜ ਵਿੱਚੋਂ ਭੱਜ ਕੇ ਸੰਨਿਆਸ ਲੈ ਕੇ ਜੰਗਲਾਂ ਅਤੇ ਪਹਾੜਾਂ ਵਿੱਚ ਸਮਾਧੀਆਂ ਲਾਉਂਦੇ ਰਹੇ ਅਤੇ ਵਿਦੇਸ਼ੀ ਆ ਕੇ ਸਾਡੇ 'ਤੇ ਕਾਬਜ਼ ਹੁੰਦੇ ਰਹੇ। ਜਿਤਨੀ ਸੌਖ ਨਾਲ ਭਾਰਤ ਗੁਲਾਮ ਬਣਦਾ ਰਿਹਾ ਹੈ, ਕੋਈ ਦੇਸ਼ ਨਹੀਂ ਬਣਿਆ। ਹੋਰ ਤਾਂ ਹੋਰ ਸਾਡੇ 'ਤੇ ਗੁਲਾਮ ਵੀ ਰਾਜ ਕਰਦੇ ਰਹੇ ਹਨ। ਸਮਾਧੀਆਂ, ਤਿਆਗਣ ਅਤੇ ਅੰਦੋਲਨ ਕਰਨ ਨਾਲ ਹੀ ਅਸੀਂ ਆਜ਼ਾਦ ਹੋਏ। ਮੈਂ ਨੂੰ ਨਕਾਰਨ ਦਾ ਨਤੀਜਾ ਅਸੀਂ ਵੇਖ ਲਿਆ ਹੈ। ਹੁਣ ਮੈਂ ਨੂੰ ਉਸਾਰਨ ਅਤੇ ਉਭਾਰਨ ਦਾ ਯੁੱਗ ਹੈ। ਅਜੋਕੇ ਯੁੱਗ ਦੀਆਂ ਤਰਜੀਹਾਂ ਹੋਰ ਹਨ। ਅਜੋਕੇ ਸੰਸਾਰ ਵਿੱਚ ਮੈਂ ਦੇ ਅਰਥ ਆਤਮ ਵਿਸ਼ਵਾਸ ਤੋਂ ਹਨ। ਆਤਮ ਵਿਸ਼ਵਾਸ ਤੋਂ ਬਿਨਾਂ ਕੋਈ ਵਿਕਾਸ ਸੰਭਵ ਨਹੀਂ ਹੁੰਦਾ। ਸਾਡੀ ਮਰ ਗਈ ਮੈਂ ਸੌਖਿਆਂ ਨਹੀਂ ਉਸਰੇਗੀ। ਭਾਰਤ ਆਤਮਾ ਪੱਖੀ ਅਤੇ ਸਰੀਰ ਵਿਰੋਧੀ ਰਿਹਾ ਹੈ। ਇਹ ਪਹਿਲ ਦੂਜ ਬਦਲਣੀ ਪਵੇਗੀ। ਮੈਂ ਨੂੰ ਲੋਪ ਕਰਨਾ ਨਿਮਰਤਾ ਨਹੀਂ, ਨੀਰਸਤਾ ਹੈ। ਇਸ ਨਾਲ ਮਨੁੱਖ ਜ਼ਿੰਮੇਵਾਰੀਆਂ ਤੋਂ ਭੱਜਦਾ, ਸੁਸਤ ਅਤੇ ਆਲਸੀ ਬਣਦਾ ਹੈ। ਦੰਦ ਤਾਂ ਸਾਡੇ ਮਾਸ ਖਾਣ ਵਾਲੇ ਹਨ, ਪਰ ਅਭਿਆਸ ਅਸੀਂ ਵਰਤ ਰੱਖਣ ਦਾ ਹੀ ਕੀਤਾ ਹੈ, ਜਿਸ ਕਾਰਨ ਭਾਰਤ ਦੀ ਬਹੁਤੀ ਵਸੋਂ ਬਿਮਾਰ ਅਤੇ ਭੁੱਖ ਦੀ ਸਤਾਈ ਲੱਗਦੀ ਹੈ। ਨਤੀਜਾ ਇਹ ਹੋਇਆ ਹੈ ਕਿ ਸਾਡੇ ਵਿੱਚ ਭਰਪੂਰ ਜੀਵਨ ਜਿਉਣ ਦੀ ਸਮਰੱਥਾ ਹੀ ਨਹੀਂ ਹੈ। ਇਸ ਨਾਲ ਸਾਡੀ ਮੈਂ ਕਮਜ਼ੋਰ ਹੋਈ ਹੈ। ਸਾਡੀ ਬੋਲਬਾਣੀ ਵਿੱਚ ਦ੍ਰਿੜਤਾ ਅਤੇ ਰੋਹਬ ਨਹੀਂ ਹੈ। ਹਉਮੈ ਦੇ ਦੋਸ਼ ਦੇ ਡਰ ਕਾਰਨ ਅਸੀਂ ਮੈਂ ਉਚਾਰਨ ਤੋਂ ਝਿਜਕਦੇ ਹਾਂ। ਜੇ ਕਿਸੇ ਨੂੰ ਮੈਂ ਵਰਤੇ ਬਿਨਾਂ ਗੱਲਬਾਤ ਕਰਨ ਲਈ ਕਹੋ ਤਾਂ ਉਹ 1-2 ਵਾਕ ਹੀ ਬੋਲ ਸਕੇਗਾ। ਆਲੇ ਦੁਆਲੇ 'ਤੇ ਨਿਯੰਤਰਣ ਲਈ ਅਸੀਂ ਮੈਂ ਵਰਤਦੇ ਹਾਂ। ਵਸਤਾਂ ਨਾਲ ਸੰਬੰਧ ਦਰਸਾਉਣ ਲਈ ਮੇਰਾ, ਤੁਹਾਡਾ ਦੀ ਵਰਤੋਂ ਕੀਤੀ ਜਾਂਦੀ ਹੈ। ਵਿਦੇਸ਼ ਯਾਤਰਾ ਤੋਂ ਮੁੜਨ ਵਾਲਾ ਜਾਂ ਕੁਝ ਨਵਾਂ ਕਰਨ ਵਾਲਾ ਵਿਅਕਤੀ ਮੈਂ ਵਾਲੇ ਵਾਕ ਵਧੇਰੇ ਬੋਲੇਗਾ, ਕਿਉਂਕਿ ਉਸ ਕੋਲ ਨਿਵੇਕਲੇ ਵੇਰਵੇ ਵਧੇਰੇ ਹੁੰਦੇ ਹਨ।
ਗੱਲਬਾਤ ਚੱਲਦੀ ਰੱਖਣ ਵਾਸਤੇ ਮੈਂ ਤੂੰ ਉਹ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ੰਸਾ ਦਾ ਉਦੇਸ਼ ਮੈਂ ਨੂੰ ਉਤਸ਼ਾਹ ਦੇਣਾ ਅਤੇ ਆਲੋਚਨਾ ਦਾ ਉਦੇਸ਼ ਮੈਂ ਵਿਚਲੇ ਨੁਕਸ ਦੂਰ ਕਰਨਾ ਹੁੰਦਾ ਹੈ। ਪ੍ਰਸ਼ੰਸਾ ਦੀ ਭੁੱਖ ਮਨੁੱਖਾਂ ਵਿੱਚ ਹੀ ਨਹੀਂ ਪਸ਼ੂਆਂ ਵਿੱਚ ਵੀ ਹੁੰਦੀ ਹੈ। ਪ੍ਰਸ਼ੰਸਾ ਵਿੱਚੋਂ ਅੱਗੇ ਰਹਿਣ ਦੀ ਹਿੰਮਤ ਜਾਗਦੀ ਹੈ। ਸਾਧਾਂ ਸੰਤਾਂ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਪੱਖੋਂ ਮੁਕਾਬਲਾ ਹੁੰਦਾ ਹੈ। ਜੇ ਪੁਸਤਕਾਂ ਉੱਤੇ ਲੇਖਕਾਂ ਦਾ ਨਾਂ ਛਾਪਣ ਦੀ ਮਨਾਹੀ ਹੋ ਜਾਵੇ ਤਾਂ ਪੁਸਤਕਾਂ ਲਿਖਣੀਆਂ ਬੰਦ ਹੋ ਜਾਣਗੀਆਂ, ਕਾਢਾਂ ਨਿਕਲਣੀਆਂ ਰੁਕ ਜਾਣਗੀਆਂ। ਸਾਰੀ ਭਾਸ਼ਾ, ਸਾਰਾ ਗਿਆਨ ਆਪਣੀ ਮੈਂ ਦੇ ਪ੍ਰਗਟਾਵੇ ਲਈ ਵਰਤਿਆ ਜਾਂਦਾ ਹੈ। ਕਵਿਤਾ ਕਵੀ ਦੀ ਆਪਣੀ ਮੈਂ ਦੀ ਗੂੰਜ ਹੁੰਦੀ ਹੈ। ਸਾਹਿਤਕਾਰ ਸਾਹਿਤ ਰਾਹੀਂ, ਚਿੱਤਰਕਾਰ ਚਿੱਤਰਾਂ ਰਾਹੀਂ, ਵਪਾਰੀ ਵਪਾਰ ਰਾਹੀਂ, ਇਸਤਰੀ ਆਪਣੀ ਸੰਤਾਨ ਰਾਹੀਂ ਆਪਣੀ ਮੈਂ ਦਾ ਪ੍ਰਗਟਾਵਾ ਕਰਦੀ ਹੈ। ਇਹ ਪ੍ਰਗਟਾਵਾ ਆਪਣੇ ਆਪ ਦੀ ਸੋਝੀ, ਦੂਜਿਆਂ ਵੱਲੋਂ ਮਾਨਤਾ ਅਤੇ ਆਪਣੇ ਕਾਰਜਾਂ ਦੇ ਮਹੱਤਵ ਵਿੱਚੋਂ ਉਪਜਦਾ ਹੈ। ਜੇ ਆਲੇ ਦੁਆਲੇ ਵਿੱਚ ਦੂਜਾ ਕੋਈ ਹੈ ਹੀ ਨਹੀਂ ਤਾਂ ਮੇਰੀ ਮੈਂ ਦਾ ਵੀ ਕੋਈ ਮੁੱਲ ਨਹੀਂ ਹੋਵੇਗਾ। ਮੈਂ ਦੂਜੇ ਦੇ ਸੰਦਰਭ ਵਿੱਚ ਹੀ ਮਹੱਤਵਪੂਰਨ ਹੁੰਦੀ ਹੈ। ਜੇ ਕੋਈ ਆਪਣੀਆਂ ਹੀ ਗੱਲਾਂ ਕਰੀ ਜਾਵੇ ਤਾਂ ਉਸ ਵਿੱਚ ਉਸ ਦੀ ਪ੍ਰੇਮਿਕਾ ਦੀ ਵੀ ਦਿਲਚਸਪੀ ਮੁੱਕ ਜਾਵੇਗੀ। ਸੰਚਾਰ ਤਾਂ ਹੀ ਵਾਪਰੇਗਾ ਜੇ ਅਸੀਂ ਹੋਰਾਂ ਦੀ ਮੈਂ ਨੂੰ ਸਵੀਕਾਰ ਕਰਾਂਗੇ ਅਤੇ ਉਹਨਾਂ ਦੀ ਮੈਂ ਨਾਲ ਸਾਡੀ ਮੈਂ ਇਕਸੁਰ ਹੋਵੇਗੀ, ਨਹੀਂ ਤਾਂ ਦਵੱਲੀ ਰਗੜ ਪੈਂਦੀ ਰਹੇਗੀ ਅਤੇ ਸੰਚਾਰ ਟੁੱਟ ਜਾਵੇਗਾ। ਜਿੱਥੇ ਸੰਚਾਰ ਨਹੀਂ ਵਾਪਰਦਾ ਉੱਥੇ ਕੁਝ ਨਹੀਂ ਵਾਪਰਦਾ, ਨਵੇਂ ਵਿਚਾਰ ਨਹੀਂ ਉਪਜਦੇ, ਬੌਧਿਕ ਅਤੇ ਆਰਥਿਕ ਵਿਕਾਸ ਸੰਭਵ ਨਹੀਂ ਹੁੰਦਾ। ਵੱਖ-ਵੱਖ ਜਾਤਾਂ ਅਤੇ ਵਰਗਾਂ ਵਿੱਚ ਵੰਡੇ ਹੋਏ ਭਾਰਤ ਵਿੱਚ ਸੰਚਾਰ ਅਤੇ ਲੈਣ ਦੇਣ ਦੀ ਅਣਹੋਂਦ ਕਾਰਨ ਭਾਰਤ ਵਿੱਚ ਵਿਕਾਸ ਨਹੀਂ ਵਾਪਰਿਆ ਅਤੇ ਸੰਸਾਰ ਵਿੱਚ ਸਾਡਾ ਨਾਂ ਥਾਂ ਨਹੀਂ ਉਸਰਿਆ। ਸਾਡਾ ਨਾਂ ਸਾਡੀ ਪਛਾਣ ਲਈ ਹੁੰਦਾ ਹੈ। ਘਰ ਜਾਂ ਫੋਨ ਨੰਬਰ ਅਤੇ ਸਾਡੇ ਨਾਂ ਦੀ ਤਖਤੀ ਆਦਿ ਪਛਾਣਨ ਦੇ ਸਾਧਨ ਹੁੰਦੇ ਹਨ। ਜੇ ਹੋਰ ਲੋਕ ਨਾ ਹੋਣ ਤਾਂ ਮਾਣ ਜਾਂ ਸ਼ਰਮ ਦਾ ਪ੍ਰਗਟਾਵਾ ਸੰਭਵ ਨਹੀਂ ਹੁੰਦਾ। ਇਸ ਲਈ ਅਸੀਂ ਸੰਸਥਾਵਾਂ ਉਸਾਰ ਦੇ ਸੁਭਾਵਾਂ ਬਣਾਉਂਦੇ ਹਾਂ, ਜਿਸ ਰਾਹੀਂ ਸਾਡੀ ਮੈਂ ਦਾ ਪ੍ਰਭਾਵ ਵੱਧਦਾ ਫੈਲਦਾ ਹੈ। ਜੇ ਕਿਸੇ ਦੀ ਮੈਂ ਉਲਾਰ ਅਤੇ ਭਾਰੂ ਹੋ ਜਾਵੇ ਤਾਂ ਉਸ ਲਈ ਅਤੇ ਉਸ ਰਾਹੀਂ ਹੋਰਾਂ ਲਈ ਸਮਾਜਿਕ ਅਤੇ ਭਾਵਕ ਸਮੱਸਿਆਵਾਂ ਉਪਜਦੀਆਂ ਹਨ। ਯੁੱਧ ਅਕਸਰ ਕਿਸੇ ਦੇਸ਼ ਦੀ ਮੈਂ ਭਾਰੂ ਹੋਣ ਕਰਕੇ ਹੁੰਦੇ ਹਨ। ਹਿਟਲਰ ਦੀ ਮੈਂ ਭਾਰੂ ਸੀ। ਜੇ ਇਹ ਸੰਤੁਲਨ ਵਿੱਚ ਹੁੰਦੀ ਤਾਂ ਇਸ ਵੇਲੇ ਜਰਮਨੀ ਵਿਸ਼ਵ ਸ਼ਕਤੀ ਹੋਣਾ ਸੀ। ਪਰਿਵਾਰ ਇੱਕ ਸਮਾਜਿਕ ਇਕਾਈ ਹੁੰਦਾ ਹੈ ਜਿੱਥੇ ਹਰ ਕਿਸੇ ਦੀ ਮੈਂ ਅਤੇ ਆਤਮ ਵਿਸ਼ਵਾਸ ਉਸਾਰਨ ਦੇ ਵਸੀਲੇ ਅਤੇ ਅਵਸਰ ਹੁੰਦੇ ਹਨ। ਪਰਿਵਾਰ ਵਿੱਚ ਮੈਂ ਤਾਂ ਹੀ ਪ੍ਰਸੰਨ ਹੋਵਾਂਗਾ ਜੇ ਸਾਰੇ ਜੀਅ ਪ੍ਰਸੰਨ ਹੋਣਗੇ। ਇੱਕ ਵਿਅਕਤੀ ਡਾਕਟਰ ਨੂੰ ਦੱਸ ਰਿਹਾ ਸੀ, ਮੈਂ ਠੀਕ ਹਾਂ, ਮੇਰੀ ਪਤਨੀ ਵੀ ਠੀਕ ਹੈ, ਪਰ ਅਸੀਂ ਦੋਵੇਂ ਠੀਕ ਨਹੀਂ ਹਾਂ। ਸਪਸ਼ਟ ਹੈ ਕਿ ਇੱਕ ਮੈਂ ਦੂਜੀ ਮੈਂ ਨਾਲ ਟਕਰਾ ਰਹੀ ਹੈ। ਦੋਵੇਂ ਪਹਿਲਾਂ ਮੈਂ ਦਾ ਰਾਗ ਅਲਾਪ ਰਹੇ ਹਨ। ਦੋਵੇਂ ਚਾਹੁੰਦੇ ਹਨ ਕਿ ਪਹਿਲਾਂ ਮੇਰੀ ਤਸੱਲੀ ਹੋਣੀ ਚਾਹੀਦੀ ਹੈ। ਸਮੱਸਿਆ ਮੈਂ ਦੀ ਹੀ ਨਹੀਂ, ਮੈਂ ਦੀ ਤਸੱਲੀ ਦੀ ਵੀ ਹੈ। ਕੰਜੂਸ ਵਿਅਕਤੀ ਆਪਣੇ ਸਰਮਾਏ ਨਾਲ ਇੱਕ ਗੁੰਝੀ ਸੰਤੁਸ਼ਟਤਾ ਮਾਣਦਾ ਹੈ, ਪਰ ਹਰੇਕ ਜੀਅ ਨੂੰ ਫਜ਼ੂਲ ਖਰਚ ਕਹਿ ਕੇ ਭੰਡਦਾ ਵੀ ਹੈ। ਨਾਵਲਕਾਰ, ਚਿੱਤਰਕਾਰ, ਵਿਗਿਆਨੀ ਆਦਿ ਨਿਰਮਾਣ ਅਧੀਨ ਰਚਨਾ ਜਾਂ ਕਾਰਜ ਨੂੰ ਛੁਪਾ ਕੇ ਰੱਖਦੇ ਹਨ। ਇਵੇਂ ਕਰਨ ਨਾਲ ਉਹਨਾਂ ਦੀ ਮੈਂ ਕਾਰਜਸ਼ੀਲ ਅਤੇ ਤੰਦਰੁਸਤ ਰਹਿੰਦੀ ਹੈ। ਕੁਝ ਕਰ ਵਿਖਾਉਣ ਨਾਲ ਮਿਲਣ ਵਾਲੀ ਮਾਨਤਾ ਅਤੇ ਪ੍ਰਸ਼ੰਸਾ ਨਾਲ ਉਹਨਾਂ ਦੀ ਮੈਂ ਪ੍ਰਫੁੱਲਤ ਹੁੰਦੀ ਹੈ। ਇਵੇਂ ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਆਤਮ ਵਿਸ਼ਵਾਸ ਵਾਲੇ ਆਗੂ ਹੀ ਬਗਾਵਤ ਨੂੰ ਇਨਕਲਾਬ ਬਣਾ ਦਿੰਦੇ ਹਨ। ਜਦੋਂ ਅਸੀਂ ਕੋਈ ਗਰੁੱਪ ਫੋਟੋ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੀ ਫੋਟੋ ਇਸ ਲਈ ਵੇਖਦੇ ਹਾਂ ਕਿਉਂਕਿ ਅਸੀਂ ਸਭ ਤੋਂ ਵੱਧ ਮਹੱਤਵਪੂਰਨ ਆਪਣੇ ਆਪ ਨੂੰ ਗਿਣਦੇ ਹਾਂ। ਜਦੋਂ ਕੋਈ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ਤਾਂ ਅਸਲ ਵਿੱਚ ਉਹ ਇਹ ਵੇਖਦਾ ਹੈ ਕਿ ਮੈਂ ਹੋਰਾਂ ਨੂੰ ਕਿਹੋ ਜਿਹਾ ਲੱਗਦਾ ਹਾਂ। ਅਸੀਂ ਆਪਣੇ ਆਪ ਨੂੰ ਕਲਪਨਾ ਨਾਲ ਵੇਖਦੇ ਹਾਂ। ਮੈਂ ਤੋਂ ਬਿਨਾਂ ਕਲਪਨਾ ਮੇਰੀ ਕਲਪਨਾ ਨਹੀਂ ਬਣਦੀ। ਸ਼ਿੰਗਾਰ, ਚੱਜ, ਆਚਾਰ, ਆਦਤਾਂ, ਉਦੇਸ਼, ਦੋਸਤ, ਸਹੇਲੀਆਂ ਦੀ ਚੋਣ ਦਾ ਆਧਾਰ ਵੀ ਮੁੱਖ ਤੌਰ 'ਤੇ ਸਾਡੀ ਕਲਪਨਾ ਹੁੰਦੀ ਹੈ। ਕਲਪਨਾ ਕੁਝ ਨਵਾਂ ਕਰਕੇ ਵਿਖਾਉਣ ਰਾਹੀਂ ਆਪਣਾ ਕੱਦ ਉੱਚਾ ਕਰਨ ਦਾ ਉਪਰਾਲਾ ਹੁੰਦੀ ਹੈ। ਸੰਤੁਸ਼ਟ ਵਿਅਕਤੀਆਂ ਕੋਲ ਕਲਪਨਾ ਨਹੀਂ ਹੁੰਦੀ, ਜਿਵੇਂ ਰਾਜਿਆਂ ਕੋਲ ਭੁੱਖ ਨਹੀਂ ਹੁੰਦੀ, ਜਿਵੇਂ ਲਾਡਲਿਆਂ ਕੋਲ ਉਦੇਸ਼ ਨਹੀਂ ਹੁੰਦਾ। ਸਾਡਾ ਬਹੁਤ ਸਾਰਾ ਸਮਾਂ ਅਤੇ ਸਰਮਾਇਆ ਆਪਣੀ ਮੈਂ ਨੂੰ ਸਥਾਪਿਤ ਕਰਨ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਖਰਚ ਹੁੰਦਾ ਹੈ। ਸਾਡੇ ਘਰ ਦੀ ਬੈਠਕ ਸਾਡੀ ਸਮਾਜਿਕ ਮੈਂ ਦੀ ਨੁਮਾਇਸ਼ ਹੁੰਦੀ ਹੈ। ਜਿਹੜੇ ਸਾਡਾ ਕੋਹਜ ਜਾਣਦੇ ਹਨ ਉਹ ਸਾਨੂੰ ਕੋਝੇ ਲੱਗਦੇ ਹਨ। ਉਹਨਾਂ ਨੂੰ ਮਿਲਣ ਤੋਂ ਅਸੀਂ ਸੰਕੋਚ ਕਰਦੇ ਹਾਂ। ਅਸੀਂ ਕਈਆਂ ਅੱਗੇ ਫੜਾਂ ਮਾਰਦੇ ਹਾਂ ਅਤੇ ਕਈਆਂ ਤੋਂ ਝੇਪਦੇ ਹਾਂ। ਭਾਵੇਂ ਸਾਧਾਂ ਸੰਤਾਂ ਦੀਆਂ ਤਰਜੀਹਾਂ ਉਚੇਰੀਆਂ ਸਮਝੀਆਂ ਜਾਂਦੀਆਂ ਹਨ,
ਪਰ ਉਹਨਾਂ ਦੀ ਮੈਂ ਲੋਪ ਨਹੀਂ ਹੁੰਦੀ। ਉਹ ਵੀ ਮਾਨਤਾ ਚਾਹੁੰਦੇ ਹਨ। ਉਹ ਗੱਲਾਂ ਮੁਕਤੀ ਦੀਆਂ ਕਰਦੇ ਹਨ, ਪਰ ਲੰਮਾ ਅਰਸਾ ਰਹਿਣਾ ਸੰਸਾਰ ਵਿੱਚ ਚਾਹੁੰਦੇ ਹਨ। ਇਹਨਾਂ ਸਾਧਾਂ ਸੰਤਾਂ ਤੋਂ ਹੀਰ ਰਾਂਝਾ, ਸੋਹਣੀ ਮਹੀਵਾਲ ਆਦਿ ਵੱਡੇ ਸਨ, ਜਿਨ੍ਹਾਂ ਨੇ ਇੱਕ ਦੂਜੇ ਨਾਲ ਆਪਣੀ ਮੈਂ ਵਟਾ ਲਈ ਸੀ। ਮੈਂ ਸਭ ਤੋਂ ਵੱਧ ਸ਼ਕਤੀਸ਼ਾਲੀ ਬਚਪਨ ਉਪਰੰਤ ਅਤੇ ਜਵਾਨੀ ਤੋਂ ਪਹਿਲਾਂ ਕਿਸ਼ੋਰ ਅਵਸਥਾ ਵਿੱਚ ਹੁੰਦੀ ਹੈ। ਇਸ ਦੌਰ ਵਿੱਚ ਮਾਨਸਿਕ, ਭਾਵਕ, ਕਾਮੁਕ ਅਤੇ ਸਰੀਰਕ ਪਰਿਵਰਤਨ ਵਾਪਰਦੇ ਹਨ ਅਤੇ ਕਈ ਪ੍ਰਕਾਰ ਦੀ ਸ਼ਕਤੀ ਫੁੱਟਦੀ ਹੈ। ਇਸ ਉਮਰ ਵਿੱਚ ਹਰ ਕੋਈ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਸਮਝਦਾ ਹੈ ਅਤੇ ਮਹਾਨ ਬਣਨ ਦਾ ਯਤਨ ਕਰਦਾ ਹੈ। ਇਸ ਉਮਰ ਵਿੱਚ ਲੜਕੇ ਲੜਕੀਆਂ ਦੀ ਇੱਕ ਦੂਜੇ ਵਿੱਚ ਦਿਲਚਸਪੀ ਜਾਗਦੀ ਹੈ ਅਤੇ ਉਹ ਕਲਪਨਾ ਦੇ ਮੰਡਲਾਂ ਵਿੱਚ ਉੱਡਦੇ ਹਨ। ਉਹ ਵੱਡੇ ਵੱਡੇ ਆਦਰਸ਼ ਅਪਣਾਉਂਦੇ ਹਨ ਅਤੇ ਕੁਝ ਅਨੋਖਾ ਕਰ ਵਿਖਾਉਣ ਦਾ ਸੰਕਲਪ ਕਰਦੇ ਹਨ। ਅਨੇਕਾਂ ਅਸਮਾਨ ਵਿੱਚ ਉੱਡਦੇ ਹਨ ਅਤੇ ਇਹਨਾਂ ਨੂੰ ਧਰਤੀ ਦਿਸਦੀ ਹੀ ਨਹੀਂ। ਇਹ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਉਮਰ ਹੁੰਦੀ ਹੈ। ਇੱਕ ਵਾਰੀ ਬੋਲਣ ਦੇ ਅਭਿਆਸ ਲਈ ਇਸ ਉਮਰ ਦੇ ਮੇਰੇ ਵਿਦਿਆਰਥੀ ਨੇ ਅਗਲੇ ਦਿਨ ਸਵੇਰੇ 9 ਵਜੇ ਇਕੱਤਰ ਹੋ ਕੇ ਦੱਸਣਾ ਸੀ ਕਿ ਜੇ ਉਹਨਾਂ ਕੋਲ ਸ਼ਕਤੀ ਹੋਵੇ ਤਾਂ ਉਹ ਕੀ ਕਰਨਗੇ। ਉਡੀਕਦਿਆਂ ਕਲਾਸ 9:30 ਵਜੇ ਜੁੜੀ। ਇੱਕ ਨੇ ਕਿਹਾ, ਮੈਂ ਸੰਸਾਰ ਵਿੱਚੋਂ ਗਰੀਬੀ ਦੂਰ ਕਰ ਦਿਆਂਗਾ। ਲੜਕੀ ਨੇ ਕਿਹਾ, ਮੈਂ ਸਭ ਪ੍ਰਕਾਰ ਦੇ ਵਿਤਕਰੇ ਮਿਟਾ ਦਿਆਂਗੀ। ਕਿਸੇ ਨੇ ਕਿਹਾ, ਮੈਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਾ ਦਿਆਂਗਾ। ਇੱਕ ਹੋਰ ਨੇ ਕਿਹਾ, ਮੈਂ ਭ੍ਰਿਸ਼ਟ ਆਗੂਆਂ ਨੂੰ ਫਾਂਸੀ ਲਾ ਦਿਆਂਗਾ। ਜਦੋਂ ਸਾਰੇ ਆਪਣਾ ਆਪਣਾ ਐਲਾਨ ਕਰ ਚੁੱਕੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ਼ੋਰ ਅਵਸਥਾ ਕਾਰਨ ਤੁਸੀਂ ਸਾਰੇ ਯੁੱਗ ਪੁਰਸ਼ ਬਣਨ ਦਾ ਯਤਨ ਕਰ ਰਹੇ ਸੀ, ਜਦੋਂ ਕਿ ਯਥਾਰਥ ਇਹ ਹੈ ਕਿ ਕਲਾਸ ਵਿੱਚ 9 ਵਜੇ ਪਹੁੰਚਣ ਦਾ ਨਿੱਕਾ ਜਿਹਾ ਅਤੇ ਸੌਖਾ ਕੰਮ ਤੁਸੀਂ ਕਰ ਨਹੀਂ ਸਕੇ। ਉਹਨਾਂ ਦੀ ਇੱਕ ਗੱਲ ਸਾਂਝੀ ਸੀ, ਉਹ ਸਾਰੇ ਪਰਿਵਰਤਨ ਚਾਹੁੰਦੇ ਸਨ। ਉਹ ਸਾਰੇ ਕਲਪਨਾ ਨਾਲ ਗੱਲਾਂ ਕਰ ਰਹੇ ਸਨ। ਉਹ ਆਪਣੇ ਆਪ ਨੂੰ ਮਹੱਤਵਪੂਰਨ ਸਮਝ ਰਹੇ ਸਨ। ਉਹ ਫੋਕੇ ਆਤਮ ਵਿਸ਼ਵਾਸ ਨਾਲ ਵਿਚਰ ਰਹੇ ਸਨ। ਪਰਿਵਰਤਨ ਜਦੋਂ ਵੀ ਵਾਪਰੇਗਾ, ਆਤਮ ਵਿਸ਼ਵਾਸ ਨਾਲ ਹੀ ਵਾਪਰੇਗਾ। ਆਤਮ ਵਿਸ਼ਵਾਸ ਵਿੱਚੋਂ ਹੀ ਨਿਸ਼ਾਨੇ ਅਤੇ ਉਦੇਸ਼ ਉਪਜਦੇ ਹਨ। ਉਦੇਸ਼ਾਂ ਨਿਸ਼ਾਨਿਆਂ ਤੋਂ ਬਿਨਾਂ ਮਨੁੱਖ ਵਿਕਾਸ ਨਹੀਂ ਕਰਦਾ। ਆਤਮ ਵਿਸ਼ਵਾਸ ਅਤੇ ਹੰਕਾਰ ਵਿੱਚ ਅੰਤਰ ਸਮਝਣ ਦੀ ਲੋੜ ਹੈ। ਯੋਗਤਾ ਅਤੇ ਵਿਉਂਤਬੰਦੀ ਆਤਮ ਵਿਸ਼ਵਾਸ ਉਪਜਾਏਗੀ। ਜਿੱਦ ਅਤੇ ਅਨਿਆਂ ਹੰਕਾਰ ਉਪਜਾਉਂਦੇ ਹਨ। ਲਿੰਕਨ ਵਿੱਚ ਆਤਮ ਵਿਸ਼ਵਾਸ ਸੀ, ਹਿਟਲਰ ਵਿੱਚ ਹੰਕਾਰ ਸੀ। ਫਰਾਂਸ ਵਿੱਚ ਇੱਕ ਸਮਾਗਮ ਵਿੱਚੋਂ ਇੱਕ ਕਵੀ ਇਸ ਕਰਕੇ ਉੱਠ ਕੇ ਚੱਲਿਆ ਗਿਆ ਕਿਉਂਕਿ ਉਸਨੂੰ ਫਰਾਂਸ ਦਾ ਮਹਾਨ ਕਵੀ ਤਾਂ ਕਿਹਾ ਗਿਆ ਸੀ, ਪਰ ਸੰਸਾਰ ਦਾ ਮਹਾਨ ਕਵੀ ਨਹੀਂ ਕਿਹਾ ਸੀ। ਇਹ ਹੰਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਜਰਨੈਲ ਨੂੰ ਇੱਕ ਅਫਸਰ ਨੇ ਪੂਰਬਲੇ ਜਰਨੈਲਾਂ ਵੱਲੋਂ ਕੀਤੇ ਫੈਸਲਿਆਂ ਅਤੇ ਅਨੁਭਵਾਂ ਦੀ ਇੱਕ ਪੁਸਤਕ ਦਿੱਤੀ। ਜਦੋਂ ਜਰਨੈਲ ਨੂੰ ਪਤਾ ਲੱਗਾ ਕਿ 6 ਪੁਸਤਕਾਂ ਲਿਆਂਦੀਆਂ ਗਈਆਂ ਸਨ ਤਾਂ ਉਸਨੇ ਕਿਹਾ ਕਿ ਸਾਰੀਆਂ ਪੁਸਤਕਾਂ ਲਿਆ ਕੇ ਮੇਰੇ ਸਾਹਮਣੇ ਸਾੜ ਦਿਓ। ਦ੍ਰਿੜਤਾ ਨਾਲ ਉਸਨੇ ਕਿਹਾ, ਆਪਣੇ ਫੈਸਲੇ ਮੈਂ ਆਪ ਕਰਾਂਗਾ ਅਤੇ ਉਹਨਾਂ ਲਈ ਮੈਂ ਆਪ ਜ਼ਿੰਮੇਵਾਰ ਹੋਵਾਂਗਾ। ਇਹ ਆਤਮ ਵਿਸ਼ਵਾਸ ਸੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਰੈਬਰਾ ਹਰ 3 ਮਹੀਨਿਆਂ ਮਗਰੋਂ ਆਪਣਾ ਸਵੈ ਚਿੱਤਰ ਬਣਾਉਂਦਾ ਸੀ। ਕੀ ਉਹ ਹੋਮੈਵਾਦੀ ਸੀ? ਪ੍ਰਸਿੱਧ ਜੀਵ ਵਿਗਿਆਨੀ ਡਾਰਵਿਨ ਆਪਣੀ ਖੋਜ ਪੁਸਤਕ ਵਿੱਚ ਮੈਂ ਦੀ ਬਹੁਤ ਅਧਿਕ ਵਰਤੋਂ ਕਰਦਾ ਹੈ। ਕੀ ਉਹ ਹੰਕਾਰੀ ਸੀ? ਇਹ ਦੋਵੇਂ ਹੰਕਾਰੀ ਨਹੀਂ, ਆਤਮ ਵਿਸ਼ਵਾਸੀ ਸਨ। ਰੈਬਰਾ ਆਪਣੇ ਹਰ ਨਵੇਂ ਚਿੱਤਰ ਨਾਲ ਆਪਣੀ ਕਲਾ ਦਾ ਵਿਕਾਸ ਦਰਸਾਉਂਦਾ ਸੀ ਅਤੇ ਡਾਰਵਿਨ ਆਪਣੇ ਪ੍ਰਯੋਗਾਂ ਦੇ ਵੇਰਵੇ ਪੂਰੀ ਜ਼ਿੰਮੇਵਾਰੀ ਨਾਲ ਦਰਜ ਕਰਦਾ ਸੀ। ਜਿਨ੍ਹਾਂ ਦੀ ਮੈਂ ਸ਼ਕਤੀਸ਼ਾਲੀ ਹੁੰਦੀ ਹੈ, ਉਹਨਾਂ ਨੂੰ ਕੋਲੰਬਸ ਵਾਂਗ ਭਾਰਤ ਭਾਵੇਂ ਨਾ ਲੱਭੇ, ਉਹ ਅਮਰੀਕਾ ਲੱਭ ਲੈਂਦੇ ਹਨ। ਇੱਕ ਵਾਰੀ ਫੌਜੀ ਭਰਤੀ ਦੌਰਾਨ ਇੱਕ ਜਵਾਨ ਨੂੰ ਕਿਹਾ ਗਿਆ, ਜੇ ਤੇਰਾ ਕੱਦ 3 ਇੰਚ ਹੋਰ ਹੋਵੇ ਤਾਂ ਤੂੰ ਅਫਸਰ ਭਰਤੀ ਹੋ ਸਕਦਾ ਹੈ। ਉਸਨੇ ਕੱਦ ਵਧਾਉਣ ਲਈ ਭਰਪੂਰ ਕਸਰਤ ਕੀਤੀ। ਕੱਦ ਤਾਂ ਨਾ ਵਧਿਆ, ਪਰ ਜੱਦੋ-ਜਹਿਦ ਕਾਰਨ ਉਸਦਾ ਆਤਮ ਵਿਸ਼ਵਾਸ ਵੱਧ ਗਿਆ। ਉਹ ਆਪਣੀ ਸ਼ਕਤੀਆਂ ਅਤੇ ਸੀਮਾਵਾਂ ਤੋਂ ਜਾਣੂ ਹੋ ਗਿਆ। ਉਸ ਲਈ ਫੌਜੀ ਅਫਸਰ ਬਣਨ ਦੀ ਥਾਂ ਹੋਰ ਉਦੇਸ਼ ਮਹੱਤਵਪੂਰਨ ਹੋ ਗਏ। ਸਫਲ ਉਦਯੋਗਪਤੀ ਬਣ ਕੇ ਉਸਨੇ ਕਿਹਾ, ਮੇਰੀਆਂ ਸੀਮਾਵਾਂ ਦਾ ਗਿਆਨ ਹੀ ਮੇਰੀ ਸਫਲਤਾ ਦਾ ਕਾਰਨ ਬਣਿਆ ਹੈ ਅਤੇ ਮਿਹਨਤ ਨਾਲ ਉਸਰੇ ਆਤਮ ਵਿਸ਼ਵਾਸ ਨਾਲ ਕੀਤੇ ਮੇਰੇ ਫੈਸਲੇ ਸਫਲ ਹੋਏ ਹਨ। ਜਦੋਂ ਤੱਕ ਅਸੀਂ ਆਪਣੀਆਂ ਸੀਮਾਵਾਂ ਤੋਂ ਜਾਣੂ ਨਹੀਂ ਹੁੰਦੇ, ਅਸੀਂ ਸੰਭਾਵਨਾਵਾਂ ਤੋਂ ਵੀ ਜਾਣੂ ਨਹੀਂ ਹੋ ਸਕਦੇ। ਸਫਲਤਾ ਵੀ ਵਿਗਿਆਨ ਹੈ। ਵਿਗਿਆਨਕ ਢੰਗ ਨਾਲ ਕੰਮ ਕਰਨ ਨਾਲ ਹੀ ਸਫਲਤਾ ਮਿਲਦੀ ਹੈ। ਜਿਨ੍ਹਾਂ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ, ਉਹ ਇਤਿਹਾਸ ਸਿਰਜ ਦਿੰਦੇ ਹਨ। ਉਹ ਨਵਾਂ ਪੰਥ ਚਲਾ ਦਿੰਦੇ ਹਨ। ਜਿਨ੍ਹਾਂ ਦੀ ਮੈਂ ਕਮਜ਼ੋਰ ਹੁੰਦੀ ਹੈ, ਉਹ ਆਤਮਘਾਤ ਕਰਦੇ ਹਨ। ਹਾਰਿਆਂ ਦੀ ਕਿਸਮਤ ਹੁੰਦੀ ਹੈ, ਜੇਤੂਆਂ ਦੀ ਜਿੱਤ ਹੁੰਦੀ ਹੈ। ਉਪਰਾਲੇ ਕੰਮ ਕਰਨ ਲਈ ਹੁੰਦੇ ਹਨ, ਕੰਮ ਟਾਲਣ ਲਈ ਬਹਾਨੇ ਹੁੰਦੇ ਹਨ।
ਸਾਡੇ ਟੁਰਨ ਅਤੇ ਖਲੋਣ ਦਾ ਢੰਗ ਸਾਡੇ ਵਿੱਚ ਆਤਮ ਵਿਸ਼ਵਾਸ ਹੋਣ ਜਾਂ ਨਾ ਹੋਣ ਦੀ ਸੂਚਨਾ ਦੇ ਦਿੰਦਾ ਹੈ। ਆਤਮ ਵਿਸ਼ਵਾਸੀ ਵਿਅਕਤੀ ਡਰਦਾ ਨਹੀਂ, ਅੜਦਾ ਹੈ। ਤਾਲਿਬਾਨਾਂ ਦੀਆਂ ਧਮਕੀਆਂ ਤੋਂ ਡਰ ਕੇ ਸੈਂਕੜੇ ਅਫਗਾਨਿਸਤਾਨੀ ਲੜਕੀਆਂ ਨੂੰ ਪੜ੍ਹਾਈ ਛੱਡ ਦਿੱਤੀ ਹੋਵੇਗੀ, ਪਰ ਮਲਾਲਾ ਨੇ ਨਹੀਂ ਛੱਡੀ, ਕਿਉਂਕਿ ਉਸ ਵਿੱਚ ਆਤਮ ਵਿਸ਼ਵਾਸ ਸੀ ਅਤੇ ਉਹ ਆਪਣੀ ਮੈਂ ਨੂੰ ਨਿਖਾਰਨਾ ਚਾਹੁੰਦੀ ਸੀ। ਮੈਂ ਤੋਂ ਬਿਨਾਂ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੁੰਦੇ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਦੀ ਕਿਸੇ ਭਾਸ਼ਾ ਵਿੱਚ ਸੁਤੰਤਰਤਾ ਜਾਂ ਆਜ਼ਾਦੀ ਦੇ ਅਰਥਾਂ ਵਾਲਾ ਕੋਈ ਸ਼ਬਦ ਹੀ ਨਹੀਂ ਸੀ, ਕਿਉਂਕਿ ਸਾਨੂੰ ਸੁਤੰਤਰਤਾ ਦੀ ਸੋਝੀ ਹੀ ਨਹੀਂ ਸੀ। ਸੁਤੰਤਰਤਾ ਦੇ ਸੰਕਲਪ ਦੀ ਸੋਝੀ ਸਾਨੂੰ ਅੰਗਰੇਜ਼ਾਂ ਦੀ ਲਾਗੂ ਕੀਤੀ ਸਿੱਖਿਆ ਪ੍ਰਣਾਲੀ ਨਾਲ ਹੋਈ ਅਤੇ ਅਸੀਂ ਸਵਰਾਜ ਸ਼ਬਦ ਵਰਤਣਾ ਆਰੰਭ ਕੀਤਾ, ਜਿਸ ਦਾ ਅਰਥ ਸੀ ਆਪਣੇ ਭਵਿੱਖ ਦੇ ਫੈਸਲੇ ਅਸੀਂ ਆਪ ਕਰਾਂਗੇ। ਆਜ਼ਾਦੀ ਦੀ ਸੋਝੀ ਸਾਡੇ ਫੌਜੀ ਜਵਾਨਾਂ ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਵਿਦੇਸ਼ੀ ਮੋਰਚਿਆਂ 'ਤੇ ਲੜਦਿਆਂ ਹੋਈ ਅਤੇ ਇਸ ਆਜ਼ਾਦੀ ਲਈ ਆਤਮ ਵਿਸ਼ਵਾਸੀ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਭਰ ਵਿੱਚ ਆਜ਼ਾਦੀ ਦੀ ਚੇਤਨਾ ਭਗਤ ਸਿੰਘ ਨੇ ਜਗਾਈ ਅਤੇ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੰਮੇ ਸੰਘਰਸ਼ ਦਾ ਬੀੜਾ ਚੁੱਕਿਆ। ਆਤਮ ਵਿਸ਼ਵਾਸ ਦੀ ਜਾਗ ਤਾਂ ਪਰਿਵਾਰ ਵਿੱਚ ਲੱਗਦੀ ਹੈ, ਪਰ ਇਸ ਦੀ ਰੂਪ-ਰੇਖਾ ਅਕਸਰ ਸਕੂਲ ਵਿੱਚ ਨਿਖਰਦੀ ਹੈ। ਉਂਝ ਇਹ ਕਿਧਰੇ ਵੀ ਉਸਰ ਸਕਦੀ ਹੈ, ਪਰ ਸਕੂਲ ਵਿੱਚ ਇਹ ਸਹੀ ਢੰਗ ਨਾਲ ਉਸਰਦੀ ਹੈ, ਜਿੱਥੇ ਅਸੀਂ ਲੰਮਾ ਅਰਸਾ ਆਪਣੇ ਵਰਗਿਆਂ, ਆਪਣੇ ਤੋਂ ਵੱਡਿਆਂ ਅਤੇ ਛੋਟਿਆਂ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਆਪਣੀ ਮੈਂ ਪ੍ਰਤੀ ਸੁਚੇਤ ਹੁੰਦੇ ਹਾਂ ਅਤੇ ਹੋਰਾਂ ਦੀ ਹੋਂਦ ਨੂੰ ਪਸੰਦ ਅਤੇ ਨਾਪਸੰਦ ਕਰਦੇ ਹਾਂ। ਇਹ ਨਿਖਰੇਗੀ ਤਾਂ ਜੇ ਸਕੂਲ ਵਿੱਚ ਪੜ੍ਹਾਈ ਅਤੇ ਖੇਡਾਂ ਵਿੱਚ ਅਨੁਸ਼ਾਸਨ ਹੋਵੇਗਾ ਅਤੇ ਸਕੂਲ ਖੁੱਲ੍ਹਾ ਡੁੱਲ੍ਹਾ ਹੋਵੇਗਾ। ਅਜੋਕੇ ਸੰਸਾਰ ਵਿੱਚ ਅਨਪੜ੍ਹ ਵਿਅਕਤੀ ਲਈ ਕੋਈ ਥਾਂ ਨਹੀਂ। ਮਨੁੱਖ ਦਾ ਬੁਨਿਆਦੀ ਚਰਿੱਤਰ, ਆਦਤਾਂ, ਚੱਜ, ਆਚਾਰ, ਜੀਵਨ ਦ੍ਰਿਸ਼ਟੀਕੋਣ ਆਦਿ ਸਾਰੇ ਪੱਖ 18 ਸਾਲ ਦੀ ਉਮਰ ਤੱਕ ਉਸਰ ਜਾਂਦੇ ਹਨ। ਜਿਸ ਵਿਅਕਤੀ ਨੂੰ ਸਮਾਂ, ਸਰਮਾਇਆ ਅਤੇ ਸਰੀਰਕ ਸ਼ਕਤੀ ਵਰਤਣ ਦੀ ਜਾਂਚ ਆ ਜਾਵੇ, ਉਸ ਵਿੱਚ ਆਤਮ ਵਿਸ਼ਵਾਸ ਦਾ ਗੁਣ ਵੀ ਆ ਜਾਂਦਾ ਹੈ। ਸਾਡੀ ਮੈਂ ਕਿਤਨੀ ਸ਼ਕਤੀਸ਼ਾਲੀ ਹੋਵੇਗੀ, ਇਹ ਸਾਡੇ ਦੇਸ਼ ਜਾਂ ਕੌਮ ਦੀ ਆਰਥਿਕ ਅਤੇ ਰਾਜਨੀਤਿਕ ਸ਼ਕਤੀ 'ਤੇ ਵੀ ਨਿਰਭਰ ਕਰਦਾ ਹੈ। ਅਸੀਂ ਆਪਣੇ ਦੇਸ਼ ਨੂੰ ਭਾਰਤ ਮਾਤਾ ਬਣਾ ਕੇ ਜਰਮਨੀ, ਇੰਗਲੈਂਡ, ਫਰਾਂਸ, ਅਮਰੀਕਾ, ਰੂਸ ਆਦਿ ਪਿਤਾ ਦੇਸ਼ਾਂ ਵਾਲੇ ਸੰਸਾਰ ਵਿੱਚ ਇਸ ਦੀ ਸਥਿਤੀ ਕਮਜ਼ੋਰ ਅਤੇ ਡਾਵਾਂਡੋਲ ਕਰ ਦਿੱਤੀ ਹੈ। ਅਸੀਂ ਪਿਤਾ ਵਾਲੇ ਕਰਤੱਵ ਮਾਤਾ ਨੂੰ ਪਾਲਣ ਲਈ ਦਿੱਤੇ ਹੋਏ ਹਨ। ਭਾਰਤ ਮਾਤਾ ਸਾਡੀ ਕੀ ਰੱਖਿਆ ਕਰੇਗੀ? ਮਾਤਾ ਨੂੰ ਤਾਂ ਆਪ ਰੱਖਿਆ ਦੀ ਲੋੜ ਹੁੰਦੀ ਹੈ। ਅੰਧ ਵਿਸ਼ਵਾਸਾਂ ਦੇ ਲੜ ਲੱਗ ਕੇ ਅਸੀਂ ਆਪਣੀ ਜ਼ਿੰਮੇਵਾਰੀ ਆਪ ਚੁੱਕਣ ਵਾਲੇ ਆਤਮ ਵਿਸ਼ਵਾਸੀ ਨਹੀਂ ਬਣ ਸਕਦੇ। ਜੇ ਅਸੀਂ ਇਹੀ ਉਪਦੇਸ਼ ਦਿੰਦੇ ਰਹੇ ਕਿ ਅਮੀਰਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਇਸ ਢੰਗ ਨਾਲ ਗਰੀਬੀ ਕਦੇ ਨਹੀਂ ਮੁੱਕੇਗੀ। ਗਰੀਬਾਂ ਨੂੰ ਅਮੀਰ ਆਪਣੇ ਯਤਨਾਂ ਨਾਲ ਬਣਨਾ ਪਏਗਾ। ਸਾਡੇ ਦੇਸ਼ ਦੀਆਂ ਅਨੇਕਾਂ ਪਰੰਪਰਾਵਾਂ ਭਾਰਤ ਵਾਸੀਆਂ ਵਿੱਚ ਆਤਮ ਵਿਸ਼ਵਾਸ ਉਪਜਣ ਨਹੀਂ ਦੇ ਰਹੀਆਂ। ਕਰਮਕਾਂਡ ਕੁਝ ਸੋਚਣ ਅਤੇ ਕਰਨ ਦੀ ਸਮਰੱਥਾ ਨਹੀਂ ਉਪਜਣ ਦਿੰਦਾ। ਸਾਡੇ ਦੇਸ਼ ਵਿੱਚ ਕੋਈ ਹੀ ਸੁਤੰਤਰ ਵਿਅਕਤੀ ਵਾਂਗ ਸੋਚਦਾ ਹੈ। ਮੁੱਖ ਰੂਪ ਵਿੱਚ ਅਸੀਂ ਸਾਰੇ ਵਿਸ਼ਾਲ ਭੀੜ ਦਾ ਭਾਗ ਹਾਂ। ਜਦੋਂ ਮੈਂ ਆਪਣੀ ਚੂਲ ਤੋਂ ਹਿੱਲ ਜਾਵੇ ਤਾਂ ਇਹ ਜਿੱਦ ਅਤੇ ਆਕੜ ਬਣ ਜਾਂਦੀ ਹੈ। ਆਕੜ ਅਕਸਰ ਆਪਣੀ ਮੂਰਖਤਾ ਅਤੇ ਅਯੋਗਤਾ ਨੂੰ ਛੁਪਾਉਣ ਦਾ ਉਪਰਾਲਾ ਹੁੰਦੀ ਹੈ। ਅਣਖ ਅਤੇ ਦ੍ਰਿੜਤਾ ਵਾਲਾ ਸੁਭਾਅ ਵੀ ਆਕੜ ਅਤੇ ਜਿੱਦ ਵਾਲਾ ਹੁੰਦਾ ਹੈ, ਪਰ ਸਥਿਤੀ ਨਿਰਣਾ ਕਰਦੀ ਹੈ ਕਿ ਇਹ ਅਣਖ ਹੈ ਕਿ ਜਿੱਦ, ਦ੍ਰਿੜਤਾ ਹੈ ਕਿ ਆਕੜ। ਸਾਡੀ ਮੈਂ ਰੇਸ਼ਮ ਵਾਂਗੂ ਕੂਲੀ ਹੋਣੀ ਚਾਹੀਦੀ ਹੈ, ਤਿੱਖੀ ਅਤੇ ਚੁਭਵੀਂ ਨਹੀਂ। ਇਹ ਸੁਭਾਵਿਕ ਅਤੇ ਸਧਾਰਨ ਹੋਣੀ ਚਾਹੀਦੀ ਹੈ, ਵਿਸ਼ੇਸ਼ ਨਹੀਂ। ਸਾਡਾ ਸੁਭਾਅ ਨਾਰੀਅਲ ਵਾਲਾ ਹੋਣਾ ਚਾਹੀਦਾ ਹੈ, ਬਾਹਰੋਂ ਪੀੜਾ ਅਤੇ ਮਜ਼ਬੂਤ, ਅੰਦਰੋਂ ਨਰਮ ਅਤੇ ਨਿਮਰ। ਆਪਣੀ ਮੈਂ ਨੂੰ ਬੋਝਲ ਅਤੇ ਭਾਰੂ ਨਹੀਂ ਬਣਨ ਦੇਣਾ ਚਾਹੀਦਾ। ਆਪਣਾ ਮਹੱਤਵ ਪਛਾਣੋ, ਆਪਣਾ ਮਹੱਤਵ ਆਪਣੇ ਕਾਰਜਾਂ ਨਾਲ ਸਥਾਪਿਤ ਕਰੋ। ਇਹ ਨਾ ਕਹੋ ਕਿ ਮੈਂ ਇਹ ਕੰਮ ਕਰਨ ਦਾ ਯਤਨ ਕਰਾਂਗਾ, ਸਗੋਂ ਦ੍ਰਿੜਤਾ ਨਾਲ ਕਹੋ ਕਿ ਹਾਂ, ਇਹ ਕੰਮ ਮੈਂ ਕਰਾਂਗਾ, ਮੈਂ ਹੀ ਕਰਾਂਗਾ। ਆਪਣੇ ਬਾਰੇ ਹਰ ਵੇਲੇ ਸੁਚੇਤ ਰਹਿਣਾ ਅਕਾਊ ਅਤੇ ਥਕਾਊ ਹੁੰਦਾ ਹੈ। ਦਿਨ ਵਿੱਚ ਕੁਝ ਪਲ ਆਪਣੀ ਮੈਂ ਨੂੰ ਭੁੱਲ ਕੇ ਆਪਣੀ ਮੌਜ ਵਿੱਚ ਵੀ ਜਿਉਣੇ ਚਾਹੀਦੇ ਹਨ। ਪਤੀ ਪਤਨੀ ਦੀ ਮੈਂ ਤੇਲ ਪਾਣੀ ਵਾਂਗ ਵੱਖ-ਵੱਖ ਨਹੀਂ, ਦੁੱਧ ਸ਼ੱਕਰ ਵਾਂਗ ਇੱਕ-ਮਿੱਕ ਹੋਣੀ ਚਾਹੀਦੀ ਹੈ। ਕਦੇ-ਕਦੇ ਮਨੁੱਖ ਇਤਨਾ ਭੁਲੱਕੜ ਆਤਮ ਵਿਸ਼ਵਾਸੀ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਨਾਂ ਵੀ ਭੁੱਲ ਜਾਵੇ, ਉਹ ਹਰ ਕਿਸੇ ਵਿੱਚ ਘੁਲ ਜਾਵੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।